students, here is Ramandeep Kaur and welcome you all on my YouTube channel Education Booster। ਇਹ ਆਪਣਾ 14th ਪਾਰਟ ਹੈ ਸਟੈਟਿਕ ਜੀਕੇ ਸੀਰੀਜ਼ ਦਾ। ਇਹਦੇ ਵਿੱਚ ਆਪਾਂ ਬੁੱਕਸ ਜਰਨਲ ਔਰ ਨਿਊਜ਼ਪੇਪਰਸ ਬਾਰੇ ਕਰਾਂਗੇ। ਮਤਲਬ ਇੱਕ ਸਾਈਡ ਆਥਰ ਜਾਂ ਐਡੀਟਰ ਦਾ ਨਾਮ ਹੋਊਗਾ ਔਰ ਦੂਜੀ ਸਾਈਡ ਉਹਦਾ ਵਰਕ ਹੋਊਗਾ, ਹੈ ਨਾ। मतलब किसी ने कोई बुक लिखी है, किसी का कोई न्यूज़पेपर आया सीगा, तो आप ऑल ओवर की कंसीडर करना है। आप पर्सन है एक साइड से, दूसरी साइड ਉਹਦਾ ਕੀ ਹੈ वर्क है, ठीक है जी। ਤਾਂ ਇਸ ਤੋਂ ਪਹਿਲਾਂ ਤੁਸੀਂ ਮੇਕ श्योर ਕਰਿਓ ਕਿ 13 ਪਾਰਟ ਇਹਦੇ ਆ ਚੁੱਕੇ ਹੈ ਜੀ, ਉਹ ਦੇਖ ਲੈਣੇ ਆ। ਰੀਜ਼ਨਿੰਗ ਦੀ ਇੰਗਲਿਸ਼ ਵੋਕੈਬ ਦੀ ਸੀਰੀਜ਼ ਵੀ ਆਪਣੀ ਚੱਲ ਰਹੀ ਹੈ ਔਰ ਵਨ ਵਰਡ ਸਬਸਟੀਟਿਊਸ਼ਨ ਦੀ ਵੀ। ਉਹ ਸਾਰਾ ਕੁਝ ਜਾ ਕੇ ਤੁਸੀਂ ਪਲੇਲਿਸਟ ਵੀ ਚੈੱਕ ਕਰ ਸਕਦੇ ਹੋ ਔਰ ਡਿਸਕ੍ਰਿਪਸ਼ਨ ਦੇ ਵਿੱਚ ਵੀ ਲਿੰਕ ਹੈਗੇ ਨੇ ਪਲੇਲਿਸਟ ਦੇ, ਉੱਥੋਂ ਵਿਜ਼ਿਟ ਕਰ ਲਿਓ। ਔਰ ਟੈਲੀਗ੍ਰਾਮ ਗਰੁੱਪ ਦਾ ਜਿਹੜਾ ਲਿੰਕ ਹੈ ਉਹ ਵੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ, ਉੱਥੋਂ ਜਾ ਕੇ ਤੁਸੀਂ ਗਰੁੱਪ ਨੂੰ ਜੁਆਇਨ ਕਰ ਲੈਣਾ ਡੇ ਟੂ ਡੇ ਦੀ ਅਪਡੇਸ਼ਨ ਲੈਣ ਦੇ ਲਈ, ਠੀਕ ਹੈ ਜੀ। ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ। ਤਾਂ ਦੇਖੋ, ਮੈਂ ਜਿਵੇਂ ਕਿ ਪਹਿਲਾਂ ਦੱਸਿਆ ਕਿ ਇੱਕ ਪਾਸੇ ਪਰਸਨ ਦਾ ਨੇਮ ਹੋਊਗਾ ਜਿਹੜਾ ਵਾਈਟ ਕਲਰ ਦੇ ਵਿੱਚ ਲਿਖਿਆ ਹੋਇਆ ਨਾ, ਇਹ ਪਰਸਨ ਦਾ ਨੇਮ ਹੈ। ਔਰ ਜੋ ਮਤਲਬ ਦੂਜੇ ਕਲਰ ਦੇ ਵਿੱਚ ਲਿਖਿਆ ਹੋਇਆ ਉਹ ਉਹਦਾ ਵਰਕ ਹੈ, ਚਾਹੇ ਉਹ ਨਿਊਜ਼ਪੇਪਰ ਹੈ ਚਾਹੇ ਉਹ ਜਰਨਲ ਹੈ। ਉਹ ਤੁਸੀਂ ਕੁਛ ਨਹੀਂ ਲੈਣਾ, ਬਸ ਉਹਦਾ ਵਰਕ ਦੇ ਸਮਝ ਕੇ ਯਾਦ ਕਰਨਾ ਕਿ ਇਹ ਪਰਸਨ ਦਾ ਇਹ ਕੰਮ ਹੈ, ਠੀਕ ਹੈ ਜੀ। ਤਾਂ ਫਸਟ ਹੈਗਾ ਆਪਣਾ ਅਰਬਿੰਦੋ ਘੋਸ਼। ਅਰਬਿੰਦੋ ਘੋਸ਼, ਇਹਨਾਂ ਦਾ ਵਰਕ ਹੈਗਾ ਕਰਮਾ ਯੋਗੀ। ਕਰਮਾ ਯੋਗੀ ਨਾਮ ਯਾਦ ਰੱਖਣਾ। ਇਸ ਤੋਂ ਇਲਾਵਾ ਨਾ ਮੈਂ ਤੁਹਾਨੂੰ ਕੁਛ ਨਾ ਕੁਛ ਐਕਸਟਰਾ ਵੀ ਦੱਸਦੀ ਜਾਊਂਗੀ, ਨੋਟ ਕਰ ਲਿਓ। ਵੀਡੀਓ ਥੋੜੀ ਲੰਬੀ ਹੋ ਸਕਦੀ ਹੈ ਪਰ ਇਨਫੋਰਮੇਟਿਵ ਹੋਊਗੀ, ਤੁਹਾਡੇ ਲਈ ਬਹੁਤ ਜ਼ਿਆਦਾ ਕੰਟੈਂਟਫੁਲ ਹੋਊਗੀ। ਕਰਮਾ ਯੋਗੀ ਯਾਦ ਰੱਖਣਾ ਅਰਬਿੰਦੋ ਘੋਸ਼ ਦਾ ਵਰਕ ਹੈ। ਇਸ ਤੋਂ ਇਲਾਵਾ ਨਿਊ ਲੈਂਪ ਫॉर ओल्ड, ਨਿਊ ਲੈਂਪ फॉर ओल्ड, ਇਹ ਵੀ ਅਰਬਿੰਦੋ ਘੋਸ਼ ਦਾ ਹੀ ਹੈ। ਔਰ ਭਵਾਨੀ ਮੰਦਿਰ, ਔਰ ਭਵਾਨੀ ਮੰਦਿਰ, ਕਲੀਅਰ। ਇਹ ਸਾਰੇ ਨੋਟ ਕਰਦੇ ਰਹਿਣੇ ਨੇ। ਅਤੇ ਜੇ ਹਜੇ ਵੀ ਨੋਟਬੁੱਕ 'ਤੇ ਪੈਨ ਨਹੀਂ ਚੱਕਿਆ ਤਾਂ ਚੱਕ ਲਓ, ਮੈਂ ਐਕਸਟਰਾ ਪੁਆਇੰਟ ਬਹੁਤ ਸਾਰੇ ਦੱਸੂਗੀ ਤਾਂ ਉਹ ਤੁਸੀਂ ਨਾਲ ਨਾਲ ਨੋਟ ਕਰਦੇ ਰਹਿਣੇ ਆ। ਸੈਕਿੰਡ ਹੈਗਾ ਬੰਕਿਮ ਚੰਦਰ ਚੈਟਰਜੀ। ਬੰਕਿਮ ਚੰਦਰ ਚੈਟਰਜੀ ਦਾ ਜਿਹੜਾ ਸਭ ਤੋਂ ਇੰਪੋਰਟੈਂਟ ਵਰਕ ਹੈ ਨਾ, ਉਹ ਇਹਦੇ ਵਿੱਚ ਲਿਖਿਆ ਹੋਇਆ ਆਨੰਦ ਮਠ। ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਬਹੁਤ ਵਾਰ ਪੇਪਰ ਦੇ ਵਿੱਚ ਆਇਆ ਹੋਇਆ ਆਨੰਦ ਮਠ, ਇਹਨੂੰ ਯਾਦ ਕਰ ਲੈਣਾ। ਔਰ ਇਸ ਤੋਂ ਇਲਾਵਾ ਇਹਨਾਂ ਦਾ ਇੱਕ ਹੋਰ ਹੈ ਜੀ ਦੁਰਗੇਸ਼ ਨੰਦਨੀ, ਦੁਰਗੇਸ਼ ਨੰਦਨੀ, ਇਹਨੂੰ ਵੀ ਨੋਟ ਕਰ ਲਿਓ, ਠੀਕ ਹੈ। ਨੈਕਸਟ BR ਅੰਬੇਦਕਰ, ਜਿਨ੍ਹਾਂ ਨੂੰ ਕਿ ਫਾਦਰ ਆਫ ਕੌਂਸਟੀਟਿਊਸ਼ਨ ਵੀ ਕਿਹਾ ਜਾਂਦਾ ਹੈ। ਇਹਨਾਂ ਦਾ ਵਰਕ ਹੈ ਜੀ ਮੂਕ ਨਾਇਕ, ਬਹੁਤ ਇੰਪੋਰਟੈਂਟ ਹੈ, ਯਾਦ ਰੱਖਣਾ। ਔਰ ਬ੍ਰਿਸ਼ਟ ਭਾਰਤ ਵੀ ਇਹਨਾਂ ਦਾ ਹੀ ਹੈ। ਬ੍ਰਿਸ਼ਟ ਨਹੀਂ ਕਹਿ ਦਿੰਦੇ, ਬ੍ਰਿਸ਼ਟ ਲਾਈਕ ਬ੍ਰਿਸ਼ਟ ਭਾਰਤ, ਉਹ ਵੀ ਇਹਨਾਂ ਦਾ ਹੀ ਹੈ, ਯਾਦ ਰੱਖਣਾ, ਠੀਕ ਹੈ ਜੀ। ਇੱਕ ਇਹਨਾਂ ਨੇ ਨਾ ਡਰਾਫਟਿੰਗ ਕਮੇਟੀ ਫਾਰਮ ਕਰੀ ਸੀਗੀ, BR ਅੰਬੇਦਕਰ ਜੀ ਨੇ ਡਰਾਫਟਿੰਗ ਕਮੇਟੀ ਫਾਰਮ ਕਰੀ ਸੀ, ਜਿਹਨੇ ਅੱਗੇ ਜਾ ਕੇ ਜਿਹੜਾ ਕੌਂਸਟੀਟਿਊਸ਼ਨ ਦਾ ਆਪਣੀ ਦਾ ਢਾਂਚਾ ਫਰੇਮ ਕੀਤਾ ਸੀਗਾ ਅਤੇ ਡਰਾਫਟ ਫਰੇਮ ਕੀਤਾ ਸੀ। ਤਾਂ ਉਹ ਵੀ ਤੁਸੀਂ ਯਾਦ ਰੱਖ ਲੈਣੀ ਹੈ। BR ਅੰਬੇਦਕਰ ਜੀ ਉਹਦੇ ਚੇਅਰਮੈਨ ਸੀਗੇ। ਨੈਕਸਟ ਹੈ ਜੀ ਦਾਦਾ ਭਾਈ ਨੌਰੋਜੀ, ਬਹੁਤ ਜ਼ਿਆਦਾ ਇੰਪੋਰਟੈਂਟ, ਗ੍ਰੈਂਡ ਓਲਡ ਮੈਨ ਵੀ ਇਹਨਾਂ ਨੂੰ ਕਹਿੰਦੇ ਆ। ਇਹਨਾਂ ਦਾ ਵਰਕ ਕੀ ਹੈ ਜੀ ਰਸਤ ਗੁਫਤਾਰ, ਇੱਥੇ ਲਿਖਿਆ ਹੋਇਆ। ਇਸ ਤੋਂ ਇਲਾਵਾ ਜੇ ਕੁਝ ਹੋਰ ਐਕਸਟਰਾ ਪੁਆਇੰਟ ਨੇ ਇਹਨਾਂ ਤੋਂ ਜਿਹੜਾ ਇਹਨਾਂ ਦੇ ਵਰਕ ਦੇ ਵਿੱਚ ਕਾਊਂਟ ਹੁੰਦੇ ਨੇ, ਉਹ ਵੀ ਲਿਖ ਲਓ। ਵੌਇਸ ਆਫ ਇੰਡੀਆ, ਉਹ ਵੀ ਇਹਨਾਂ ਦਾ ਹੀ ਹੈ। ਪੋਵਰਟੀ ਐਂਡ ਅਨਬ੍ਰਿਟਿਸ਼ ਰੂਲ ਇਨ ਇੰਡੀਆ, ਇਹ ਮੈਂ ਪਹਿਲਾਂ ਤੁਹਾਨੂੰ ਕਰਵਾਇਆ ਹੋਇਆ। ਜੇ ਪ੍ਰੀਵੀਅਸ ਵੀਡੀਓਜ਼ ਤੁਸੀਂ ਚੈੱਕਆਊਟ ਕੀਤੀਆਂ ਨੇ ਨਾ, ਤਾਂ ਉਹਦੇ ਵਿੱਚ ਵੀ ਤੁਹਾਨੂੰ ਮੈਂ ਦੱਸਿਆ ਹੋਇਆ ਪੋਵਰਟੀ ਐਂਡ ਅਨਬ੍ਰਿਟਿਸ਼ ਰੂਲ ਇਨ ਇੰਡੀਆ, ਰੂਲ ਇਨ ਇੰਡੀਆ, ਇਹ ਵੀ ਕਿੰਨਾ ਦਾ, ਦਾਦਾ ਭਾਈ ਨੌਰੋਜੀ ਦਾ ਹੀ ਹੈ। ਨੈਕਸਟ ਹੈ ਜੀ ਦਇਆਨੰਦ ਸਰਸਵਤੀ, ਵੇਦਾ ਭੈਸ਼ਿਆ ਭੂਮਿਕਾ, ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਯਾਦ ਰੱਖਣਾ। ਦੇਖੋ ਸਟੈਟਿਕ ਜੀਕੇ ਦੇ ਵਿੱਚ ਜ਼ਿਆਦਾ ਰੱਟਾਫਿਕੇਸ਼ਨ ਹੀ ਹੁੰਦੀ ਹੈ। ਤੁਹਾਨੂੰ ਕੰਟੈਂਟ ਮੈਂ ਪ੍ਰੋਵਾਈਡ ਕਰਤਾ, ਮੈਂ ਐਕਸਟਰਾ ਪੁਆਇੰਟ ਵੀ ਨਾਲ ਨਾਲ ਦੱਸ ਰਹੀ ਹਾਂ, ਬਸ ਯਾਦ ਕਰਨ ਦਾ ਕੰਮ ਹੁਣ ਇਹਦੇ ਵਿੱਚ ਤੁਹਾਡਾ ਹੈ। ਗੋਪਾਲ ਕ੍ਰਿਸ਼ਨ ਗੋਖਲੇ, ਜਿਨ੍ਹਾਂ ਨੂੰ GK ਗੋਖਲੇ ਵੀ ਕਹਿੰਦੇ ਨੇ, ਨੇਸ਼ਨ ਇਹਨਾਂ ਦਾ ਵਰਕ, ਠੀਕ ਹੈ, ਨੇਸ਼ਨ ਯਾਦ ਰੱਖਣਾ। ਇਸ ਤੋਂ ਇਲਾਵਾ ਇੱਕ ਹੋਰ ਹੈ ਸੁਧਾਰਕ, GK ਗੋਖਲੇ ਦਾ ਹੀ ਹੈ ਵੀ ਸੁਧਾਰਕ, ਠੀਕ ਹੈ। ਦੱਸਣ ਲਈ ਪੁਆਇੰਟਸ ਇਹਨਾਂ ਤੋਂ ਬਹੁਤ ਜ਼ਿਆਦਾ ਨੇ ਪਰ ਇਸ ਵੀਡੀਓ ਦੇ ਵਿੱਚ ਹੀ ਲੈਂਥ ਜ਼ਿਆਦਾ ਹੋ ਜਾਣੀ ਹੈ, ਇਸ ਲਈ ਮੈਂ ਬਹੁਤ ਜ਼ਿਆਦਾ ਕਵਰ ਨਹੀਂ ਕਰੂੰਗੀ। ਜਵਾਹਰ ਲਾਲ ਨਹਿਰੂ ਦੇ ਨਿਊਜ਼ਪੇਪਰ ਜੇ ਤੁਹਾਨੂੰ ਮੈਂ ਪਹਿਲਾਂ ਵੀ ਦੱਸੇ ਹੋਏ ਨੇ, ਡਿਸਕਵਰੀ ਆਫ ਇੰਡੀਆ, ਇਹਦੇ ਵਿੱਚ ਇੱਕ ਹੋਰ ਹੈ। ਇਸ ਤੋਂ ਇਲਾਵਾ ਇੱਕ ਹੋਰ ਨੋਟ ਕਰ ਲਓ ਸੋਵੀਅਤ ਏਸ਼ੀਆ, ਸੋਵੀਅਤ ਏਸ਼ੀਆ, ਕਲੀਅਰ ਹੈ। ਨੈਕਸਟ ਹੈ ਮਹਾਤਮਾ ਗਾਂਧੀ, ਇਹਨਾਂ ਦਾ ਹੈਗਾ ਜੀ ਨਵਜੀਵਨ, ਯੰਗ ਇੰਡੀਆ ਐਂਡ ਹਰੀਜਨ, ਯੰਗ ਇੰਡੀਆ ਐਂਡ ਹਰੀਜਨ। ਹਰੀਜਨ ਤੁਸੀਂ ਯਾਦ ਰੱਖ ਸਕਦੇ ਹੋ, ਜਦੋਂ ਪੂਨਾ ਪੈਕਟ ਹੋਇਆ ਸੀਗਾ ਨਾ ਮਹਾਤਮਾ ਗਾਂਧੀ ਅਤੇ ਡਾਕਟਰ BR ਅੰਬੇਦਕਰ ਦੇ ਵਿਚਾਲੇ, ਠੀਕ ਹੈ। ਅਤੇ ਉਸ ਤੋਂ ਬਾਅਦ ਇਹਨਾਂ ਨੇ ਹਰੀਜਨ ਲਈ ਵਰਕ ਕਰਨਾ ਸਟਾਰਟ ਕੀਤਾ ਸੀਗਾ। ਜਿਹੜੇ ਪਛੜੇ ਹੋਏ ਲੋਕ ਸੀ ਉਹਨਾਂ ਨੂੰ ਹਰੀਜਨ ਕਹਿ ਦਿੰਦੇ ਸੀ। ਹਰੀਜਨ ਸੇਵਕ ਸੰਘ ਦਾ ਵੀ ਇਹਨਾਂ ਨੇ ਫਾਰਮੇਸ਼ਨ ਕੀਤੀ ਸੀ, ਤਾਂ ਉਹਦੇ ਨਾਲ ਵੀ ਤੁਸੀਂ ਇਹਨੂੰ ਰਿਲੇਟ ਕਰ ਸਕਦੇ ਹੋ। ਨੈਕਸਟ ਪੁਆਇੰਟ ਹੈ ਜੀ ਮਦਨ ਮੋਹਨ ਮਾਲਵੀਆ, ਇਹਨਾਂ ਦਾ ਕੀ ਹੈ ਵਰਕ, ਜੇ ਆਪਾਂ ਯਾਦ ਕਰਨਾ ਹਿੰਦੁਸਤਾਨ, ਔਰ ਇੱਕ ਹੋਰ ਯਾਦ ਕਰ ਸਕਦੇ ਹੋ ਲੀਡਰ, ਲੀਡਰ, ठीक है। नैक्सट हैगा जी रविंद्र नाथ टैगोर। रविंद्र नाथ टैगोर लैटर्स फ्रॉम रशिया,
ਕੀ ਹੈ ਇਹਨਾਂ ਦਾ ਵਰਕ, ਲੈਟਰਸ ਫਰੋਮ ਰਸ਼ੀਆ, ਇੰਪੋਰਟੈਂਟ ਹੈ, ਯਾਦ ਕਰ ਲੈਣਾ ਇਹਨਾਂ ਨੂੰ। ਇਸ ਤੋਂ ਇਲਾਵਾ ਇੱਕ ਹੋਰ ਲਿਖਵਾ ਦਿੰਦੀ ਹਾਂ, ਗੋਰਾ। ਠੀਕ ਹੈ ਜੀ। ਉਹਨਾਂ ਨੇ ਪ੍ਰੀਵੀਅਸ ਵੀਡੀਓਜ਼ ਚੈੱਕਆਊਟ ਕੀਤੀਆਂ ਹੋਈਆਂ ਨੇ, ਉਹਨਾਂ ਨੂੰ ਮੈਂ ਕਰਵਾਇਆ ਸੀ ਨੋਬਲ ਪ੍ਰਾਈਜ਼ ਬਾਰੇ ਇੱਕ ਵੀਡੀਓ ਦੇ ਵਿੱਚ ਮੈਂ ਫੁੱਲ ਫਲੈਜ ਇਨਫੋਰਮੇਸ਼ਨ ਦਿੱਤੀ ਸੀ ਕਿ ਨੋਬਲ ਪ੍ਰਾਈਜ਼ ਕਿਹੜੀਆਂ ਕੈਟਾਗਰੀਜ਼ ਦੇ ਵਿੱਚ ਮਿਲਦਾ ਹੈ ਨਾ। ਤਾਂ ਉਹਨਾਂ ਦੇ ਵਿੱਚ ਮੈਂ ਰਵਿੰਦਰ ਨਾਥ ਟੈਗੋਰ ਜੀ ਬਾਰੇ ਕਰਵਾਇਆ ਸੀ ਤੁਹਾਨੂੰ। ਠੀਕ ਹੈ। ਅਤੇ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਵੀਡੀਓ ਨੂੰ ਹੁਣੇ ਹੀ ਪੌਜ਼ ਕਰਕੇ ਅੱਗੇ ਵਾਲੀ ਬਾਅਦ 'ਚ ਦੇਖਿਓ, ਮੈਨੂੰ ਆਨਸਰ ਦਿਓ ਕਿ ਰਵਿੰਦਰ ਨਾਥ ਟੈਗੋਰ ਜੀ ਨੂੰ ਕਦੋਂ ਮਿਲਿਆ ਨੋਬਲ ਪ੍ਰਾਈਜ਼ ਕਦੋਂ ਮਿਲਿਆ, ਕਿਹੜੀ ਕੈਟਾਗਰੀ ਦੇ ਵਿੱਚ ਮਿਲਿਆ, ਕੈਟਾਗਰੀ ਅਤੇ ਇਹਨਾਂ ਦਾ ਵਰਕ ਕੀ ਸੀਗਾ ਜਿਹਦੇ ਲਈ ਇਹਨਾਂ ਨੂੰ ਨੋਬਲ ਪ੍ਰਾਈਜ਼ ਮਿਲਿਆ। ਠੀਕ ਹੈ। 3 ਕੁਐਸਚਨ, ਕਦੋਂ ਮਿਲਿਆ, ਕਿਹੜੀ ਕੈਟਾਗਰੀ ਦੇ ਵਿੱਚ ਮਿਲਿਆ, ਕਿਹੜੇ ਵਰਕ ਲਈ ਮਿਲਿਆ। ਜਿਨ੍ਹਾਂ ਨੇ ਵੀਡੀਓਜ਼ ਦੇਖੀਆਂ ਹੋਈਆਂ ਨੇ ਕਮੈਂਟਸ ਦੇ ਵਿੱਚ ਜਾ ਕੇ ਆਨਸਰ ਇਹਦਾ ਕਰਕੇ ਜਾਓ ਜੀ। ਨੈਕਸਟ ਹੈ ਵਿਵੇਕਾਨੰਦ ਦਾ ਵਰਕ ਕੀ ਹੈ ਜੀ, ਦੈਟ ਇਜ਼ ਪ੍ਰਬੁੱਧਾ ਭਾਰਤਾ ਉਦਬੋਧਨ। ਅਜੀਬ ਜੇ ਨੇਮ ਨੇ, ਇੱਕ ਵਾਰੀ ਤਾਂ ਜ਼ਰੂਰ ਐਫਰਟ ਲੱਗੂਗਾ ਤੁਹਾਨੂੰ ਯਾਦ ਕਰਨ ਦੇ ਲਈ। ਐਨੀ ਬੇਸੈਂਟ ਦਾ ਦੈਟ ਇਜ਼ ਨਿਊ ਇੰਡੀਆ। ਬਾਲ ਗੰਗਾਧਰ ਤਿਲਕ, ਜਿਨ੍ਹਾਂ ਦਾ ਟਾਈਟਲ ਹੀ ਹੈ ਤਿਲਕ। ਜਦੋਂ ਮੈਂ ਤੁਹਾਨੂੰ ਟਾਈਟਲਸ ਕਰਵਾਏ ਸੀ ਨਾ ਉਹਦੇ ਵਿੱਚ ਵੀ ਕਰਵਾਇਆ ਸੀਗਾ ਕਿ ਇਹਨਾਂ ਨੂੰ ਬਾਲ ਗੰਗਾਧਰ ਤਿਲਕ ਨੂੰ ਹੋਰ ਕੀ ਕਹਿੰਦੇ ਨੇ, ਲੋਕਮਾਨਿਆ ਤਿਲਕ ਵੀ ਇਹਨਾਂ ਨੂੰ ਕਹਿੰਦੇ ਆ, ਲੋਕਮਾਨਿਆ ਤਿਲਕ। ਔਰ ਇਹਨਾਂ ਦੇ 2 ਨਿਊਜ਼ਪੇਪਰ ਤੁਹਾਨੂੰ ਮੈਂ ਉੱਥੇ ਵੀ ਦੱਸੇ ਸੀਗੇ, ਕੇਸਰੀ ਅਤੇ ਮਰਾਠਾ। ਇਹਨਾਂ ਦੀ ਲੈਂਗੁਏਜਸ ਬਾਰੇ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਕੇ ਜਾਓ ਜੀ, ਇਹ ਵੀ ਮੈਂ ਪ੍ਰੀਵੀਅਸ ਵੀਡੀਓ ਦੇ ਵਿੱਚ ਕਰਵਾਇਆ ਹੋਇਆ। BK ਨੰਦਾ, ਇਹਨਾਂ ਦਾ ਕੀ ਹੈ ਵਰਕ, ਦੈਟ ਇਜ਼ ਬਾਇਓਗ੍ਰਾਫੀ ਆਫ ਗੋਖਲੇ। ਇਹ ਗੋਖਲੇ ਉਹੀ ਨੇ ਜਿਨ੍ਹਾਂ ਦੇ ਬਾਰੇ ਆਪਾਂ ਪਿੱਛੇ ਕਰਕੇ ਆਏ ਹਾਂ, GK ਗੋਖਲੇ। ਨੈਕਸਟ ਹੈ B ਉਪਾਧਿਆ, ਇਹਨਾਂ ਦਾ ਵਰਕ ਕੀ ਹੈ ਜੀ, ਸੰਧਿਆ। ਦੇਖੋ ਪ੍ਰਨਾਊਂਸ ਸੇਮ ਜਿਹਾ ਹੁੰਦਾ ਇਹ, ਉਪਾਧਿਆ ਸੰਧਿਆ, ਤੁਸੀਂ ਇਹਨੂੰ ਥੋੜ੍ਹਾ ਕੋਰਲੇਟ ਕਰ ਸਕਦੇ ਹੋ। ਬਿਪਿਨ ਚੰਦਰ ਪਾਲ, ਇਹਨਾਂ ਦਾ ਵਰਕ ਹੈ ਜੀ ਪ੍ਰਦਰਸ਼ਕ। ਜੇ ਤੁਹਾਡੇ ਯਾਦ ਹੋਵੇ ਮਾਡਰਨ ਹਿਸਟਰੀ ਜਿਨ੍ਹਾਂ ਨੇ ਪੜ੍ਹੀ ਹੈ, ਸੂਰਤ ਸੈਸ਼ਨ ਹੁੰਦਾ ਨਾ ਜਦੋਂ INC ਦਾ, ਸੂਰਤ ਸੈਸ਼ਨ 1907 ਦਾ ਹੁੰਦਾ ਜਿਹੜਾ INC ਦਾ, ਉਹਦੇ ਵਿੱਚ ਨਾ 2 ਧੜ ਬਣ ਜਾਂਦੇ ਹੁੰਦੇ INC ਦੇ, ਗਰਮ ਦਲ ਅਤੇ ਨਰਮ ਦਲ ਜਿਹਨੂੰ ਕਹਿੰਦੇ ਆ। ਠੀਕ ਹੈ। ਅਤੇ ਉਸ ਪਾਸੇ ਜਿਹੜੇ ਐਕਸਟਰੀਮਿਸਟ ਹੁੰਦੇ ਆ ਨਾ ਉਹਨਾਂ ਨੂੰ ਆਪਾਂ ਲਾਲ ਪਾਲ ਦੇ ਨਾਲ ਡਿਨੋਟ ਕਰਦੇ ਹਾਂ। ਠੀਕ ਹੈ। ਉਹ ਪਾਲ ਤੇ ਜਿਨ੍ਹਾਂ ਦਾ ਨੇਮ ਹੈ ਨਾ ਉਹ ਬਿਪਿਨ ਚੰਦਰ ਪਾਲ ਹੀ ਨੇ। ਠੀਕ ਹੈ। ਸੂਰਤ ਸਪਲਿਟ ਕਹਿੰਦੇ ਆ ਜਿਨ੍ਹਾਂ ਨੂੰ। ਜੇ ਪ੍ਰੀਵੀਅਸ ਵੀਡੀਓਜ਼ ਅਗੇਨ ਕਹਿ ਰਹੀਆਂ ਚੈੱਕਆਊਟ ਕੀਤੀਆਂ ਤਾਂ ਉਹਦੇ ਵਿੱਚ ਮੈਂ ਦੱਸਿਆ ਹੋਇਆ। ਨੈਕਸਟ ਹੈ ਜੀ ਕਰਜਨ। ਇਹ ਕਰਜਨ ਕੌਣ ਨੇ, ਲਾਰਡ ਕਰਜਨ, ਜਿਨ੍ਹਾਂ ਨੇ ਕਿਹਦੀ ਵੰਡ ਕਰਵਾਈ ਸੀ, ਬੰਗਾਲ ਦੀ ਵੰਡ ਕਰਵਾਈ ਸੀਗੀ। ਠੀਕ ਹੈ। ਤਾਂ ਫਿਲੋਸਫੀ ਆਫ ਦਾ ਈਸਟ। ਠੀਕ ਹੈ। ਫਿਲੋਸਫੀ ਆਫ ਦਾ ਈਸਟ ਕੀ ਇਹਨਾਂ ਦਾ ਵਰਕ ਹੈ, ਥੋੜ੍ਹਾ ਜਿਹਾ ਉਹਦੇ ਨਾਲ ਰਿਲੇਟ ਕਰ ਸਕਦੇ ਹੋ ਪੁਆਇੰਟ ਜੋ ਤੁਹਾਨੂੰ ਦੱਸਿਆ। ਦੀਨ ਬੰਧੂ ਦਾ ਵੀ ਤੁਹਾਨੂੰ ਮੈਂ ਟਾਈਟਲ ਕਰਵਾਇਆ ਹੋਇਆ, ਕਮੈਂਟਸ ਦੇ ਵਿੱਚ ਅਗੇਨ ਆਨਸਰ ਕਰੋ ਜੀ। ਨੀਲ ਦਰਪਣ, ਇਹਨਾਂ ਦਾ ਵਰਕ ਹੈ ਰਵਿੰਦਰ ਨਾਥ ਟੈਗੋਰ ਦਾ, ਅਗੇਨ ਦੈਟ ਇਜ਼ ਇੰਡੀਅਨ ਮਿਰਰ। ਕੀ ਇਹਨਾਂ ਦਾ ਜੀ, ਇੰਡੀਅਨ ਮਿਰਰ। ਐਕਚੁਅਲੀ ਇੱਥੇ ਇੱਕ ਕਰੈਕਸ਼ਨ ਹੈ, ਐਕਚੁਅਲੀ ਇੱਥੇ ਨਾ ਰਵਿੰਦਰ ਨਾਥ ਟੈਗੋਰ ਨਹੀਂ ਆਊਗਾ, ਇੱਥੇ ਆਊਗਾ ਦਵਿੰਦਰ ਨਾਥ ਟੈਗੋਰ। ਇੱਕ ਕਰੈਕਸ਼ਨ ਐਕਚੁਅਲੀ ਮੈਂ ਬੋਲ ਕੇ ਟਾਈਪ ਕੀਤਾ ਸੀ, ਦੈਟਸ ਵਾਈ ਇਹਨਾਂ ਨੇ ਰਵਿੰਦਰ ਆਟੋ ਕਰੈਕਟ ਹੁੰਦਾ ਨਾ ਤਾਂ ਉਹਨੇ ਉਹੀ ਚੱਕ ਲਿਆ। ਤਾਂ ਤੁਸੀਂ ਥੋੜ੍ਹਾ ਜਿਹਾ ਇੱਥੇ ਕਰੈਕਸ਼ਨ ਕਰ ਲਓ। ਦਵਿੰਦਰ ਨਾਥ ਟੈਗੋਰ, ਇਹਨਾਂ ਦਾ ਹੈਗਾ ਇੰਡੀਅਨ ਮਿਰਰ। ਠੀਕ ਹੈ। ਨੈਕਸਟ ਕੀ ਹੈ ਜੀ, ਈਸ਼ਵਰ ਚੰਦਰ ਵਿਦਿਆਸਾਗਰ, ਅਗੇਨ ਵੈਰੀ ਇੰਪੋਰਟੈਂਟ। ਇਹਨਾਂ ਦਾ ਵਰਕ ਹੈ ਸੋਮ ਪ੍ਰਕਾਸ਼। ਠੀਕ ਹੈ। ਜੇਮਸ ਹਿੱਕੇ, ਇਹ ਵੀ ਬਹੁਤ ਵਾਰ ਪੇਪਰ ਦੇ ਵਿੱਚ ਆਇਆ ਹੈ, ਬੰਗਾਲ ਗੈਜਟ ਹੈ ਇਹਨਾਂ ਦਾ। ਨੈਕਸਟ ਜੋਤੀਬਾ ਰਾਓ ਫੁਲੇ, ਇਹਨਾਂ ਦਾ ਹੈਗਾ ਜੀ ਗੁਲਾਮਗਿਰੀ, ਇਹ ਵੀ ਇੰਪੋਰਟੈਂਟ ਹੈ। MG ਰਨਾਡੇ, ਐਸੇਜ਼ ਇਨ ਦਾ ਇੰਡੀਆ ਇਕਨੋਮਿਕਸ, ਇਹ ਇਹਨਾਂ ਦਾ ਵਰਕ ਹੈਗਾ। ਨੈਕਸਟ ਹੈਗਾ ਆਪਣਾ ਪੁਆਇੰਟ MN ਰੋਏ ਅਤੇ BN ਰੋਏ ਬਾਰੇ ਉਹਨਾਂ ਨੇ ਜ਼ਰੂਰ ਪੜ੍ਹਿਆ ਹੋਊਗਾ ਜਿਨ੍ਹਾਂ ਨੇ ਪੋਲਿਟੀ ਕੀਤੀ ਹੋਈ ਹੈ। ਇਹਨਾਂ ਦਾ ਜਿਹੜਾ ਵਰਕ ਹੈ ਇਹ ਹੈਗਾ ਇੰਡੀਆ ਇਨ ਟ੍ਰਾਂਜ਼ੀਸ਼ਨ। ਇਸ ਤੋਂ ਇਲਾਵਾ ਤੁਹਾਨੂੰ ਕੁਝ ਐਕਸਟਰਾ ਪੁਆਇੰਟ ਦੱਸ ਦਿੰਦੀ ਹਾਂ MN ਰੋਏ ਤੋਂ। ਹਿਸਟੋਰੀਕਲ ਬੈਕਗਰਾਊਂਡ ਦੀ ਗੱਲ ਕਰੀਏ ਜੇ ਆਪਾਂ, ਸੰਵਿਧਾਨ ਹੈ ਨਾ ਜਦੋਂ ਬਣਿਆ ਉਹਦਾ ਆਈਡੀਆ ਕਿਸੇ ਪਰਸਨ ਨੇ ਤਾਂ ਦਿੱਤਾ ਹੀ ਹੋਊਗਾ ਨਾ ਕਿ ਸੰਵਿਧਾਨ ਹੋਣਾ ਚਾਹੀਦਾ, ਕੌਨਸਟੀਟਿਊਸ਼ਨ ਹੋਣਾ ਚਾਹੀਦਾ। ਤਾਂ MN ਰੋਏ ਇਹੋ ਜਿਹੇ ਪਰਸਨ ਸੀਗੇ ਜਿਨ੍ਹਾਂ ਨੇ ਆਈਡੀਆ ਦਿੱਤਾ ਸੀਗਾ। ਜੇ ਤੁਹਾਨੂੰ ਪੁੱਛ ਲੈਣ ਆਈਡੀਆ ਕਿਹਨੇ ਦਿੱਤਾ ਸੀ ਕੌਨਸਟੀਟਿਊਸ਼ਨ ਦਾ, ਸੰਵਿਧਾਨ ਦਾ, ਤਾਂ ਉਹਦਾ ਆਨਸਰ ਹੈ MN ਰੋਏ। ਠੀਕ ਹੈ। ਜੇ ਤੁਹਾਨੂੰ ਪੁੱਛ ਲੈਣ ਸਲਾਹਕਾਰ ਕੌਣ ਸੀਗੇ, ਐਡਵਾਈਜ਼ਰ ਕੌਣ ਸੀਗੇ, ਸੰਵਿਧਾਨਿਕ ਅਸੈਂਬਲੀ ਦੇ, ਕੌਨਸਟੀਟਿਊਸ਼ਨ ਅਸੈਂਬਲੀ ਦੇ ਜਿਹਨੇ ਕਿ ਸੰਵਿਧਾਨ ਬਣਾਇਆ ਸੀਗਾ, ਉਹ ਸੀਗੇ BN ਰਾਓ। ਦੇਖੋ ਸੰਵਿਧਾਨ ਅਲੱਗ ਚੀਜ਼ ਹੈ, ਉਹਨੂੰ ਬਣਾਉਣ ਵਾਲੀ ਸੀਗੀ ਸੰਵਿਧਾਨਿਕ ਅਸੈਂਬਲੀ ਜਿਹਦੇ ਸਲਾਹਕਾਰ ਸੀਗੇ BN ਰਾਓ, ਅਤੇ ਸੰਵਿਧਾਨ ਦੇ ਆਈਡੀਆ ਜਿਹਨੇ ਦਿੱਤਾ ਸੀ ਉਹ ਸੀਗਾ MN ਰੋਏ। ਬਹੁਤ ਕਨਫਿਊਜ਼ਿੰਗ ਕੁਐਸਚਨ ਹੈ, ਧਿਆਨ ਨਾਲ ਇਹਨੂੰ ਨੋਟ ਕਰ ਲਿਓ। ਨੈਕਸਟ ਹੈਗਾ ਜੀ ਮੌਲਾਨਾ ਅਬੁਲ ਕਲਾਮ ਆਜ਼ਾਦ, ਇਕੱਠਾ ਹੈ ਮੌਲਾਨਾ ਅਬੁਲ ਕਲਾਮ ਆਜ਼ਾਦ। ਇਹਨਾਂ ਦਾ ਜਿਹੜਾ ਨਿਊਜ਼ਪੇਪਰ ਹੈ ਦੈਟ ਇਜ਼ ਅਲ ਹਿਲਾਲ, ਬਹੁਤ ਇੰਪੋਰਟੈਂਟ ਹੈ, ਯਾਦ ਰੱਖਣਾ। ਇਸ ਤੋਂ ਐਕਸਟਰਾ ਪੁਆਇੰਟਸ ਵੀ ਮੈਂ ਤੁਹਾਨੂੰ ਦੱਸੇ ਸੀ। ਇੱਕ ਤਾਂ ਅਲ ਹਿਲਾਲ ਹੈ, ਇਹ ਯਾਦ ਰੱਖ ਲਿਓ ਤੁਸੀਂ। ਇੱਕ ਹੋਰ ਦੱਸ ਦਿੰਦੀ ਇਹਦੇ ਨਾਲ ਮਿਲਦਾ ਜੁਲਦਾ ਹੀ ਹੈ, ਅਲ ਬਲਾਗਾ।
जो भी है ਇਹਦਾ ਸਪੈਲਿੰਗ ਤੁਹਾਨੂੰ ਨੋਟ ਕਰਤੇ, ਇਹ ਦੋਨੋਂ ਇਕੱਠੇ ਯਾਦ ਕਰ ਲਿਓ। ਅੱਛਾ, ਹੁਣ ਜੇ ਮੈਂ ਥੋੜ੍ਹੇ ਜਿਹੇ ਸਟੈਟਿਕ ਫੈਕਟ ਦੀ ਗੱਲ ਕਰਾਂ ਮੌਲਾਨਾ ਅਬੁਲ ਕਲਾਮ ਆਜ਼ਾਦ ਦੇ ਬਾਰੇ, ਇਹਨਾਂ ਦਾ ਮੱਕੇ ਦੇ ਵਿੱਚ ਜਨਮ ਹੋਇਆ ਸੀ। ਆਪਣੇ ਐਜੂਕੇਸ਼ਨ ਮਿਨਿਸਟਰ ਸੀਗੇ ਇਹ ਪਹਿਲੇ, ਅਤੇ ਇੰਡੀਆ ਵਿਨਜ਼ ਫਰੀडम ਨਾਮ ਦੀ ਇਹਨਾਂ ਨੇ ਬੁੱਕ ਲਿਖੀ ਸੀ। ਹੁਣ ਇਹਨਾਂ ਦੇ ਨੇਮ ਤੋਂ ਹੀ ਤੁਸੀਂ ਤਿੰਨੇ ਵਰਡਸ ਯਾਦ ਕਰ ਸਕਦੇ ਹੋ। ਇਹਨਾਂ ਦੇ ਨੇਮ ਤੋਂ ਕਿਵੇਂ? ਮੌਲਾਨਾ ਤੋਂ ਯਾਦ ਕਰ ਲਓ, ਐਮ ਤੋਂ, ਕਿ ਇਹਨਾਂ ਦਾ ਜਿਹੜਾ ਜਨਮ ਸੀਗਾ ਕਿੱਥੇ ਹੋਇਆ ਸੀ? ਮੱਕੇ ਦੇ ਵਿੱਚ ਹੋਇਆ ਸੀਗਾ, ਹੈ ਨਾ। ਕਲਾਮ ਨੂੰ ਤੁਸੀਂ ਕਲਮ ਕਰਕੇ ਪੜ੍ਹ ਲਓ ਕਿ ਇਹ ਕਿਹੜੇ ਮਿਨਿਸਟਰ ਸੀਗੇ? ਐਜੂਕੇਸ਼ਨ ਮਿਨਿਸਟਰ ਸੀਗੇ। ਆਜ਼ਾਦ ਤੋਂ ਤੁਸੀਂ ਯਾਦ ਕਰ ਸਕਦੇ ਹੋ ਇਹਨਾਂ ਦਾ ਵਰਕ, ਇੰਡੀਆ ਵਰਕ ਮਤਲਬ ਬੁੱਕ ਇਹਨਾਂ ਦੀ ਜਿਹੜੀ ਲਿਖੀ ਹੋਈ ਹੈ, ਇੰਡੀਆ ਵਿਨ ਫਰੀडम। ਆਜ਼ਾਦੀ ਹੁੰਦਾ ਨਾ, ਤਾਂ ਮੈਂ ਫਰੀडम ਨਾਲ ਲਿੰਕ ਕਰਤਾ ਥੋੜ੍ਹਾ ਜਿਹਾ। ਤਾਂ ਤਿੰਨੋਂ ਸਟੈਟਿਕ ਫੈਕਟ ਤੁਸੀਂ ਇਹਨਾਂ ਦੇ ਨੇਮ ਤੋਂ ਹੀ ਵਿੱਚੋਂ ਕੱਢ ਕੇ ਯਾਦ ਕਰ ਸਕਦੇ ਹੋ। ਨੈਕਸਟ ਕੀ ਹੈ ਜੀ? ਮੌਲਾਨਾ ਮੁਹੰਮਦ ਅਲੀ, ਇਹਨਾਂ ਦਾ ਵਰਕ ਹੈ ਕਾਮਰੇਡ। ਨੈਕਸਟ RC ਦੱਤ, ਇਕਨੋਮਿਕ ਹਿਸਟਰੀ ਆਫ ਬ੍ਰਿਟਿਸ਼ ਇੰਡੀਆ, ਇਹਨੂੰ ਵੀ ਤੁਸੀਂ ਯਾਦ ਕਰ ਲੈਣਾ। ਨੈਕਸਟ ਸੁਭਾਸ਼ ਚੰਦਰ ਬੋਸ, ਸੁਭਾਸ਼ ਚੰਦਰ ਬੋਸ ਇੰਡੀਅਨ ਸਟਰਗਲ। ਇਹਨਾਂ ਤੋਂ ਇੱਕ ਇੰਪੋਰਟੈਂਟ ਫੈਕਟ ਤੁਹਾਨੂੰ ਦੱਸਦੀ ਹਾਂ। ਸੁਭਾਸ਼ ਚੰਦਰ ਬੋਸ ਤੋਂ ਇੱਕ ਬਹੁਤ ਇੰਪੋਰਟੈਂਟ ਕੁਐਸਚਨ ਆਉਂਦਾ ਹੁੰਦਾ ਕਿ ਇਹਨਾਂ ਨੇ ਨਾ 1939 ਦੇ ਵਿੱਚ ਕਿਸੇ ਚੀਜ਼ ਦੀ ਫਾਰਮੇਸ਼ਨ ਕੀਤੀ ਸੀ, ਫਾਰਵਰਡ ਬਲੌਕ ਬਣਾਇਆ ਸੀ ਇਹਨਾਂ ਨੇ, ਫਾਰਵਰਡ ਬਲੌਕ। ਠੀਕ ਹੈ, ਇਹ ਯਾਦ ਰੱਖ ਲੈਣਾ। 1939 ਦੇ ਵਿੱਚ ਸੁਭਾਸ਼ ਚੰਦਰ ਬੋਸ ਜੀ ਨੇ ਬਣਾਇਆ ਸੀ। ਇਹਦੀ ਡਿਟੇਲ ਹੁਣ ਮੈਂ ਨਹੀਂ ਦੱਸ ਸਕਦੀ ਕਿਉਂਕਿ ਆਪਣੀ ਸਟੈਟਿਕ GK ਦੀ ਸੀਰੀਜ਼ ਹੈ, ਬਟ ਇੰਪੋਰਟੈਂਟ ਪੁਆਇੰਟਸ ਨੇ ਜਿਹੜੇ ਉਹ ਦੱਸ ਰਹੀ ਹਾਂ, ਨੋਟ ਕਰਦੇ ਜਾਈਓ। ਨੈਕਸਟ ਹੈ ਜੀ ਰੋਬਰਟ ਨਾਈਟ। ਰੋਬਰਟ ਨਾਈਟ, ਇਹਨਾਂ ਦਾ ਕੀ ਹੈ ਵਰਕ? ਦੈਟ ਇਜ਼ ਇੰਡੀਆ ਸਟੇਟਸਮੈਨ। ਇਹਨਾਂ ਦਾ ਹੈਗਾ ਇੰਡੀਆ ਸਟੇਟਸਮੈਨ, ਇਹ ਸਟੇਟਸਮੈਨ ਇਕੱਠਾ ਹੈ, ਤਾਂ ਇਹਨੂੰ ਯਾਦ ਰੱਖ ਲੈਣਾ। ਇਹ ਕੁਝ ਕੁ ਪੁਆਇੰਟਸ ਸੀਗੇ ਇੰਪੋਰਟੈਂਟ ਬੁੱਕਸ, ਜਰਨਲਸ ਔਰ ਨਿਊਜ਼ਪੇਪਰ ਦੇ ਰਿਲੇਟਡ। ਥੈਂਕਸ ਫॉर ਵਾਚਿੰਗ ਦਿਸ ਵੀਡੀਓ। ਅਗਰ ਵੀਡੀਓ ਹੈਲਪਫੁਲ ਹੈ ਤਾਂ ਇਹਦੇ ਲਈ ਸਬਸਕ੍ਰਾਈਬ ਜ਼ਰੂਰ ਕਰ ਦਿਓ ਚੈਨਲ ਨੂੰ, ਜਿਨ੍ਹਾਂ ਨੇ ਹਾਲੇ ਤੱਕ ਨਹੀਂ ਕੀਤਾ। ਜਿਹੜੇ ਕੁਐਸਚਨਸ ਮੈਂ ਵਿੱਚ ਤੁਹਾਡੇ ਤੋਂ ਪੁੱਛੇ ਨੇ ਉਹਨਾਂ ਦਾ ਆਨਸਰ ਤੁਸੀਂ ਡਿਸਕ੍ਰਿਪਸ਼ਨ ਕਹਿ ਰਹੀ ਹਾਂ, ਕਮੈਂਟਸ ਦੇ ਵਿੱਚ ਜ਼ਰੂਰ ਦੇ ਰਹੀਓ। ਠੀਕ ਹੈ, ਸੋ ਦੈਟ ਤੁਹਾਨੂੰ ਖੁਦ ਨੂੰ ਪਤਾ ਲੱਗ ਸਕੇ ਕਿ ਤੁਹਾਡੀ ਰਿਵੀਜ਼ਨ ਹੋ ਰਹੀ ਹੈ ਕਿ ਨਹੀਂ। ਦੇਖੋ, ਮੈਂ ਫਰੈਂਕਲੀ ਕਹਿ ਰਹੀ ਹਾਂ ਇਹ ਚੀਜ਼ ਕਿ ਜਿਹੜਾ ਸਟੈਟਿਕ GK ਹੁੰਦਾ ਇਹਦਾ ਪੋਰਸ਼ਨ ਪੂਰਾ ਰੱਟਾਫਿਕੇਸ਼ਨ ਹੁੰਦਾ। ਠੀਕ ਹੈ, ਕਿਹਨੇ ਕੀ ਕੀਤਾ, ਕਿਹਦਾ ਵਰਕ ਕੀ ਸੀ, ਹੈ ਨਾ, ਸਭ ਕੁਝ ਰੱਟਾ। ਇਹਦੇ ਵਿੱਚ ਸਮਝਾਉਣ ਵਾਲੀਆਂ ਗੱਲਾਂ ਬਹੁਤ ਘੱਟ ਨੇ, ਤਾਂ ਥੋੜ੍ਹਾ ਐਫਰਟ ਤੁਹਾਡਾ ਜ਼ਰੂਰ ਲੱਗੂਗਾ ਕਰਨ ਲਈ, ਪਰ ਇੱਕ ਵਾਰ ਦਾ ਐਫਰਟ ਹੈ। ਜੇ ਪੇਪਰ 'ਚ ਕੁਐਸਚਨ ਆ ਗਿਆ ਇਹਦੇ ਵਿੱਚੋਂ ਤਾਂ ਸਿੱਧਾ ਟਿਕ ਲੱਗੂਗੀ ਬਿਨਾਂ ਸੋਚੇ ਸਮਝੇ। ਠੀਕ ਹੈ, ਔਰ ਇਹ ਇੱਕ ਐਗਜ਼ਾਮ ਲਈ ਨਹੀਂ ਹੈ, ਹਰ ਕੰਪੀਟੀਸ਼ਨ ਐਗਜ਼ਾਮ ਲਈ ਹੈ। ਤੁਸੀਂ ਕੋਈ ਇੱਕ ਪੋਸਟ ਤਾਂ ਫਿਲ ਨਹੀਂ ਨਾ ਕਰਦੇ, ਕਿੰਨੀਆਂ ਸਾਰੀਆਂ ਕਰਦੇ ਹੋ, ਤਾਂ ਫਿਰ ਹਰੇਕ ਐਗਜ਼ਾਮ ਦੇ ਲਈ ਇੰਪੋਰਟੈਂਟ ਹੈ। ਜਿਨ੍ਹਾਂ ਨੇ ਹਾਲੇ ਤੱਕ ਦੂਜੀਆਂ ਵੀਡੀਓਜ਼ ਵਿਜ਼ਿਟ ਨਹੀਂ ਕੀਤੀਆਂ, ਜੋ ਆਲਰੇਡੀ ਪਈਆਂ ਨੇ ਚੈਨਲ 'ਤੇ, ਉਹਨਾਂ ਨੂੰ ਵੀ ਦੇਖ ਲਓ, ਅਤੇ ਚੈਨਲ ਨੂੰ ਸ਼ੇਅਰ ਕਰ ਦਿਆ ਕਰੋ, ਵੀਡੀਓਜ਼ ਨੂੰ ਸ਼ੇਅਰ ਕਰ ਦਿਆ ਕਰੋ, ਸੋ ਦੈਟ ਹੋਰ ਸਟੂਡੈਂਟਸ ਜੁੜ ਸਕਣ ਅਤੇ ਆਪਣਾ ਟਾਰਗੇਟ ਹੈ ਜਲਦੀ ਅਚੀਵ ਕਰੀਏ। ਥੈਂਕ ਯੂ ਜੀ, ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ।